सत श्री अकाल जी। तुसीं वेख रहे हो द पंजाब टॉक्स ਅਤੇ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ प्रोग्राम स्पैशल रिपोर्ट ਅਤੇ मैं हाँ इस शो ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਬਿਲਕੁਲ ਤਾਜ਼ਾ ਅੰਕ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਭਾਰਤ ਦੇ ਇੱਕ ਬਹੁਤ ਹੀ ਵੱਡੇ ਨੁਕਤੇ ਬਾਰੇ। ਦੇਸ਼ ਦਾ ਇੱਕ ਬਹੁਤ ਹੀ ਵੱਡਾ एक मुकाम G20 ਸਿਖਰ सम्मेलन ਜਿਹਦੀ ਭਾਰਤ ਦੇਸ਼ ਨੂੰ ਬਹੁਤ ਅਹਿਮ ਜ਼ਿੰਮੇਵਾਰੀ ਮਿਲੀ ਹੋਈ ਹੈ, ਇਹਦੀ ਮੇਜ਼ਬਾਨੀ ਮਿਲੀ ਹੋਈ ਹੈ, ਇਹਦੀ ਪ੍ਰੈਜ਼ੀਡੈਂਸੀ ਮਿਲੀ ਹੋਈ ਹੈ 1 ਸਾਲ ਲਈ। ਤੇ ਉਹ ਜਿਹੜਾ ਸਾਲ ਆ ਉਹ ਹੁਣ ਇੱਕ ਅਹਿਮ ਸਮੇਂ ਵੱਲ ਵੱਧ ਰਿਹਾ ਕਿਉਂਕਿ ਅਗਸਤ ਦਾ ਮਹੀਨਾ ਹੁਣ ਸ਼ੁਰੂ ਹੋ ਚੁੱਕਾ ਹੈ ਅਤੇ ਭਾਰਤ ਨੂੰ ਜੋ G20 ਦੀ ਮੇਜ਼ਬਾਨੀ ਮਿਲੀ ਸੀ ਉਸ ਦੀਆਂ ਅਹਿਮ ਮੀਟਿੰਗਾਂ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੁਣ ਤੋਂ ਤਕਰੀਬਨ 1 ਮਹੀਨੇ ਬਾਅਦ ਸਤੰਬਰ ਮਹੀਨੇ ਦੀ 9 ਅਤੇ 10 ਤਰੀਕ ਨੂੰ ਹੋਣੀਆਂ ਨੇ। ਸੋ G20 ਸਿਖਰ ਸੰਮੇਲਨ ਜਿਸ ਨੂੰ ਕਿ ਭਾਰਤ ਸਰਕਾਰ ਵੱਲੋਂ ਵੀ ਦੇਸ਼ ਵੱਲੋਂ ਵੀ ਹਰ ਕਿਸੇ ਵੱਲੋਂ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ, ਇੱਕ ਬਹੁਤ ਅਹਿਮ ਜ਼ਿੰਮੇਵਾਰੀ ਕੌਮਾਂਤਰੀ ਪੱਧਰ ਦੀ ਜ਼ਿੰਮੇਵਾਰੀ ਮੰਨਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਬਹੁਤ ਚਰਚਾ ਵੀ ਹੋਈ ਹੈ। 100 ਤੋਂ ਵਧੇਰੇ ਮੀਟਿੰਗਾਂ ਹੋ ਚੁੱਕੀਆਂ ਨੇ। ਸੋ ਇਸ ਵੇਲੇ G20 ਸਿਖਰ ਸੰਮੇਲਨ ਦੀ ਕੀ ਤਾਜ਼ਾ ਸਥਿਤੀ ਹੈ, ਇਹਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਉਹਨਾਂ ਨੁਕਤਿਆਂ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਗੱਲਬਾਤ ਵਿੱਚ, ਕਿਉਂਕਿ ਇਹ ਬੜਾ ਜ਼ਰੂਰੀ ਵਿਸ਼ਾ ਹੈ। ਆਪਾਂ ਵੇਖਦੇ ਰਹੇ ਕਿ ਪਹਿਲਾਂ ਪਹਿਲ ਜਦੋਂ ਭਾਰਤ ਨੂੰ G20 ਦੀ ਮੇਜ਼ਬਾਨੀ ਮਿਲੀ ਹੈ ਉਦੋਂ ਤਾਂ ਇਸ ਮੁੱਦੇ ਦੀ ਬਹੁਤ ਚਰਚਾ ਹੋਈ, ਬਹੁਤ ਜ਼ਿਆਦਾ ਚਰਚਾ ਹੋਈ, ਪਰ ਹੌਲੀ ਹੌਲੀ ਸਮੇਂ ਦੇ ਨਾਲ ਇਹਦੀ ਚਰਚਾ ਘੱਟ ਹੁੰਦੀ ਗਈ ਹੈ। ਪਰ ਹੁਣ ਇਹਦੀ ਚਰਚਾ ਦੁਬਾਰਾ ਕਰਨੀ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੌਰਾਨ ਇੱਕ ਵਾਰ ਫਿਰ G20 ਦੇਸ਼ਾਂ ਦੇ ਨਾਲ ਬਾਕੀ ਜੋ ਦੁਨੀਆ ਪੱਧਰ ਦੇ ਦੇਸ਼ ਨੇ ਉਹਨਾਂ ਦੀ ਨਿਗਾਹ ਭਾਰਤ ਵੱਲ ਲੱਗੀ ਹੋਵੇਗੀ ਇਹ ਵੇਖਣ ਲਈ ਕਿ ਆਉਂਦੇ ਦਿਨਾਂ ਦੌਰਾਨ ਕਿਹੋ ਜਿਹੀ ਗੱਲਬਾਤ G20 ਸਿਖਰ ਸੰਮੇਲਨ ਜ਼ਰੀਏ ਭਾਰਤ ਦੇਸ਼ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ। ਕਿਉਂਕਿ G20 ਸਿਖਰ ਸੰਮੇਲਨ ਸਿਰਫ ਅਤੇ ਸਿਰਫ ਵਪਾਰਕ ਜਾਂ ਆਰਥਿਕ ਮਾਮਲਿਆਂ ਦੀ ਗੱਲ ਨਹੀਂ ਕਰਦਾ, ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਮੁੱਦੇ ਵਿਚਾਰੇ ਜਾਂਦੇ ਨੇ। ਸਮਾਜਿਕ ਮੁੱਦਿਆਂ ਦੀ ਗੱਲ ਵੀ ਹੁੰਦੀ ਹੈ, ਮਨੁੱਖਤਾ ਨਾਲ ਸੰਬੰਧਿਤ ਮੁੱਦਿਆਂ ਦੀ ਗੱਲ ਵੀ ਹੁੰਦੀ ਹੈ, ਕਲਾਈਮੇਟ ਵਾਤਾਵਰਨ ਜਲਵਾਯੂ ਨਾਲ ਸੰਬੰਧਿਤ ਮੁੱਦਿਆਂ ਦੀ ਗੱਲ ਹੁੰਦੀ ਹੈ, ਸਸਟੇਨੇਬਲ ਡਿਵੈਲਪਮੈਂਟ ਗੋਲਸ ਯਾਨੀ ਕਿ ਉਹ ਟੀਚੇ ਜਿਹੜੇ ਕਿ ਟਿਕਾਊ ਹੋਣ, ਲੰਮੇ ਸਮੇਂ ਤੱਕ ਟਿਕ ਸਕਣ ਅਤੇ ਵਾਤਾਵਰਨ ਪੱਖੋਂ ਵੀ ਅਨੁਕੂਲ ਹੋਣ, ਉਹਨਾਂ ਦੀ ਵੀ ਗੱਲ ਕਰਦਾ ਹੈ G20 ਸੰਮੇਲਨ। ਸੋ G20 ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਇਸ ਸੰਬੰਧੀ ਗੱਲ ਵੀ ਹੋਣੀ ਜ਼ਰੂਰੀ ਹੈ ਕਿ ਭਾਰਤ ਲਈ ਇੱਕ ਬਹੁਤ ਵੱਡਾ ਇਤਿਹਾਸਿਕ ਮੌਕਾ ਹੈ ਇਹ G20 ਸਿਖਰ ਸੰਮੇਲਨ। ਉਹ ਵੀ ਉਦੋਂ ਜਦੋਂ ਦੇਸ਼ ਦਾ ਆਜ਼ਾਦੀ ਦਿਵਸ ਸਮਾਗਮ ਵੀ ਆ ਰਿਹਾ ਹੈ ਅਤੇ ਬਹੁਤ ਸਾਰੀਆਂ ਨਜ਼ਰਾਂ ਲੱਗੀਆਂ ਹੋਣਗੀਆਂ ਦੇਸ਼ ਵੱਲ। ਸੋ ਪਿਛਲੇ ਸਾਲ ਜਦੋਂ ਦੀ ਭਾਰਤ ਨੂੰ G20 ਦੀ ਮੇਜ਼ਬਾਨੀ ਮਿਲੀ, 1 ਸਾਲ ਦੇ ਲਈ ਇਹਦੀ ਪੂਰੀ ਜ਼ਿੰਮੇਵਾਰੀ ਭਾਰਤ ਦੇ ਕੋਲ ਆਈ, ਉਦੋਂ ਤੋਂ ਦੇਸ਼ ਨੂੰ ਇਸ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਸੁਭਾਵਿਕ ਹੈ ਕਿ ਪ੍ਰਾਪਤੀ ਹੈ ਵੀ, ਕਿਉਂਕਿ ਇਹੋ ਜਿਹੇ ਸੰਮੇਲਨ ਦੀ ਮੇਜ਼ਬਾਨੀ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਪ੍ਰਤੀਨਿਧ ਆਉਣਗੇ, ਮੀਟਿੰਗਾਂ ਦਾ ਸਿਲਸਿਲਾ ਚੱਲੇਗਾ, ਕਈ ਦੁਵੱਲੇ ਅਤੇ ਹੋਰਨਾਂ ਦੇਸ਼ਾਂ ਦੇ ਨਾਲ ਜੁੜਦੇ ਮੁੱਦਿਆਂ ਉੱਪਰ ਚਰਚਾ ਹੋਵੇਗੀ ਅਤੇ ਇਹੀ ਚਰਚਾ ਹੋ ਵੀ ਰਹੀ ਹੈ। ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਭਾਰਤ ਵਿੱਚ 60 ਤੋਂ ਵੱਧ ਥਾਵਾਂ ਉੱਪਰ 200 ਦੇ ਆਸ-ਪਾਸ ਮੀਟਿੰਗਾਂ ਗੱਲਬਾਤ ਦੇ ਸਿਲਸਿਲੇ ਕਰਾਉਣ ਦਾ ਟੀਚਾ ਮਿੱਥਿਆ ਗਿਆ ਸੀ, ਜਿਹਦੇ ਵਿੱਚ ਹੁਣ ਤੱਕ 100 ਤੋਂ ਵਧੇਰੇ ਹੋ ਚੁੱਕੇ ਨੇ, ਭਾਵ ਕਿ ਇਸ ਬੰਨੇ ਕਾਫੀ ਕੰਮ ਹੋਇਆ ਅਤੇ ਇੰਨੇ ਵੱਡੇ ਭੂਗੋਲਿਕ ਖਿੱਤੇ ਵਿੱਚ ਇੰਨੀਆਂ ਵੱਖ-ਵੱਖ ਥਾਵਾਂ ਉੱਤੇ G20 ਦੇ ਪ੍ਰੋਗਰਾਮ ਹੋਣੇ, ਮੇਜ਼ਬਾਨੀ ਹੋਣੀ, ਮੀਟਿੰਗ ਹੋਣੀ, ਇਹ ਵੀ ਆਪਣੇ ਆਪ ਵਿੱਚ ਇੱਕ ਨਵੀਂ ਚੀਜ਼ ਹੋ ਰਹੀ ਹੈ ਜੋ ਹੁਣ ਤੱਕ ਪਹਿਲਾਂ ਨਹੀਂ ਸੀ ਵੇਖੀ ਗਈ। ਸੋ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਕਹੀ ਜਾਵੇਗੀ ਜੋ ਭਾਰਤ ਦੀ ਮੇਜ਼ਬਾਨੀ ਦੇ ਨਾਲ ਇਸ ਵੇਲੇ ਜੁੜਦੀ ਵਿਖਾਈ ਦਿੰਦੀ ਹੈ। ਕਾਫੀ ਗੱਲਬਾਤ ਜਿਹੜੀ ਹੁਣ ਤੱਕ ਹੋਈ ਹੈ ਉਹਦੇ ਵਿੱਚੋਂ ਉਸਾਰੂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ, ਉਸਾਰੂ ਗੱਲਾਂ, ਉਸਾਰੂ ਨੁਕਤੇ ਸਾਹਮਣੇ ਆਏ ਨੇ। ਭਾਰਤ ਦੇ ਸਾਹਮਣੇ ਕਈ ਚੁਣੌਤੀਆਂ ਵੀ ਸਨ, ਜਿਵੇਂ ਕਿ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਦੇ ਹਾਲਾਤ,
ਆਰਥਿਕ ਤੌਰ ਤੇ ਦੁਨੀਆ ਵਿੱਚ ਜੋ ਮੰਦਵਾੜਾ ਵੇਖਿਆ ਗਿਆ, ਵੱਧਦੀ ਮਹਿੰਗਾਈ, ਤੇਲ ਦੀਆਂ ਕੀਮਤਾਂ, ਕੁਝ ਦੇਸ਼ਾਂ ਦਰਮਿਆਨ ਲਗਾਤਾਰ ਬਣ ਰਿਹਾ ਤਣਾਅ ਤੇ ਇਸੇ ਤਰ੍ਹਾਂ ਦੇ ਕਈ ਹੋਰ ਅੰਤਰਰਾਸ਼ਟਰੀ ਮੁੱਦੇ ਉਸ ਵੇਲੇ ਚਰਚਾ ਵਿੱਚ ਸਨ, ਭਖੇ ਹੋਏ ਸਨ ਜਦੋਂ ਭਾਰਤ ਨੂੰ G20 ਦੀ ਮੇਜ਼ਬਾਨੀ ਮਿਲੀ। ਇਸ ਦੇ ਬਾਵਜੂਦ, ਇੰਨੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੇਸ਼ ਨੇ ਇਸ ਬੰਨੇ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ। ਇਹਨਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ G20 ਦੀ ਮੇਜ਼ਬਾਨੀ ਨੂੰ ਕਾਫੀ ਚੰਗੇ ਤਰੀਕੇ ਨਾਲ ਨਿਭਾਇਆ ਜਾ ਰਿਹਾ ਹੈ ਤੇ ਇਹ ਚੀਜ਼ ਆਪਣੇ ਆਪ ਵਿੱਚ ਵਿਖਾਈ ਵੀ ਦਿੰਦੀ ਹੈ। ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ, ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਲਗਾਤਾਰ ਮੀਟਿੰਗ ਦਰ ਮੀਟਿੰਗ ਹੋ ਰਹੀ ਹੈ ਤੇ ਇਹਨਾਂ ਮੀਟਿੰਗਾਂ ਜ਼ਰੀਏ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ ਜਿੱਥੇ ਜੁੜ ਰਹੇ ਨੇ, ਉੱਥੇ ਹੀ ਕੌਮਾਂਤਰੀ ਪੱਧਰ ਦੇ ਮੁੱਦਿਆਂ ਨੂੰ ਲੈ ਕੇ ਵੀ ਗੱਲਬਾਤ ਹੋ ਰਹੀ ਹੈ। ਗੱਲ ਭਾਵੇਂ ਯੂਕਰੇਨ ਅਤੇ ਰੂਸ ਦੇ ਮਸਲੇ ਦੀ ਹੋਵੇ, ਜਿਹਦੇ ਵਿੱਚ ਰੂਸ ਅਤੇ ਚੀਨ ਲਗਾਤਾਰ ਯੂਕਰੇਨ ਦੀ ਸ਼ਮੂਲੀਅਤ ਨੂੰ ਲੈ ਕੇ ਆਪਣੇ ਕੁਝ ਵੱਖਰੇ ਅੰਦਾਜ਼ ਰੱਖਦੇ ਰਹੇ ਨੇ। ਹਾਲਾਂਕਿ ਭਾਰਤ ਵੱਲੋਂ ਲਗਾਤਾਰ ਇਹ ਸਪਸ਼ਟ ਕੀਤਾ ਜਾਂਦਾ ਰਿਹਾ ਹੈ ਕਿ ਯੁੱਧ ਜਿਹੜਾ ਆ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਇਹ ਕਿਹਾ ਜਾਂਦਾ ਰਿਹਾ ਹੈ, ਖਾਸ ਤੌਰ ਤੇ ਯੂਕਰੇਨ ਦੇ ਸੰਦਰਭ ਵਿੱਚ। ਚੀਨ ਅਤੇ ਰੂਸ ਵੱਲੋਂ ਦੱਸੇ ਜਾਂਦੇ ਵਿਚਾਰਾਂ ਦੇ ਬਾਵਜੂਦ ਭਾਰਤ ਨੇ ਆਪਣਾ ਸਟੈਂਡ ਇਸ ਬੰਨੇ ਸਪਸ਼ਟ ਹੀ ਰੱਖਿਆ ਹੈ। ਗੱਲ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਦੀ ਵੀ ਹੁੰਦੀ ਹੈ, ਜਿਹਦੇ ਨਾਲ ਭਾਰਤ ਸੰਬੰਧਿਤ ਹੈ ਤੇ ਦੁਨੀਆ ਦੀ ਜੋ ਇੱਕ ਮਾਰਕੀਟ ਹੈ, ਇੱਕ ਮੰਡੀ ਹੈ ਜਾਂ ਚੀਜ਼ਾਂ ਦਾ ਖਰੀਦਣ ਵੇਚਣ ਦਾ ਪ੍ਰਬੰਧ ਹੈ, ਭਾਰਤ ਦੀ ਇਹ ਇੱਛਾ ਹੈ ਕਿ ਇਹ ਜਿਹੜਾ ਵਪਾਰ ਦਾ ਜਿਹੜਾ ਕੰਮਕਾਜ ਹੈ, ਪ੍ਰਕਿਰਿਆ ਹੈ, ਇਹ ਖੁੱਲ੍ਹੀ ਹੋਵੇ ਤੇ ਜਿਹੜੇ ਮੱਧਮ ਦਰਜੇ ਦੇ ਦੇਸ਼ ਨੇ ਜਾਂ ਤਰੱਕੀ ਕਰ ਰਹੇ ਦੇਸ਼ ਨੇ, ਤਰੱਕੀ ਵੱਲ ਤੁਰ ਰਹੇ ਦੇਸ਼ ਨੇ, ਉਹਨਾਂ ਨੂੰ ਵੀ ਇਸ ਬੰਨੇ ਬਰਾਬਰ ਮੌਕਾ ਮਿਲੇ, ਉਹ ਪਛੜ ਨਾ ਜਾਣ। ਇਸ ਲਈ ਭਾਰਤ ਲਗਾਤਾਰ ਗੱਲ ਕਰਦਾ ਰਿਹਾ ਹੈ, ਇਸ ਬੰਨੇ ਹਾਮੀ ਭਰਦਾ ਰਿਹਾ। ਸੋ ਇਹ ਵੀ ਇੱਕ ਕਾਫੀ ਅਹਿਮ ਚੀਜ਼ ਹੈ ਜੋ ਭਾਰਤ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਹੀ ਗਈ ਹੈ G20 ਦੀਆਂ ਬੈਠਕਾਂ ਦੌਰਾਨ। ਜਦੋਂ ਗੱਲ ਦੁਨੀਆ ਦੇ ਦੇਸ਼ਾਂ ਦੀ ਹੁੰਦੀ ਹੈ ਤਾਂ ਇੱਕ ਚੀਜ਼ ਤਾਂ ਆਪਾਂ ਸਾਫ਼ ਵੇਖਦੇ ਹਾਂ ਕਿ ਜਿਹੜੇ ਵੱਡੇ ਮੁਲਕ ਨੇ, ਜੋ ਤਰੱਕੀ ਕਰ ਚੁੱਕੇ ਮੁਲਕ ਨੇ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਡਿਵੈਲਪਡ ਨੇਸ਼ਨ ਕਿਹਾ ਜਾਂਦਾ ਹੈ, ਉਹਨਾਂ ਦੇ ਹਿੱਤ ਵੱਖਰੇ ਨੇ। ਉਹ ਆਪਣੇ ਹਿੱਤ ਅਕਸਰ ਸਾਹਮਣੇ ਵੀ ਰੱਖਦੇ ਨੇ ਖੁੱਲ੍ਹ ਕੇ, ਉਹਨਾਂ ਦੇ ਮਾਮਲਿਆਂ ਬਾਰੇ ਦੁਨੀਆ ਨੂੰ ਪਤਾ ਵੀ ਹੁੰਦਾ ਹੈ। ਪਰ ਜਿਹੜੇ ਦਰਮਿਆਨੇ ਮੁਲਕ ਨੇ, ਡਿਵੈਲਪਿੰਗ ਕੰਟਰੀਜ਼, ਜਿਹੜੇ ਤਰੱਕੀ ਕਰ ਰਹੇ ਦੇਸ਼ ਨੇ, ਤਰੱਕੀ ਕਰਨ ਦੇ ਚਾਹਵਾਨ ਦੇਸ਼ ਨੇ, ਉਹਨਾਂ ਦੀ ਗੱਲ ਜਿਹੜੀ ਆ ਅਕਸਰ ਅਣਸੁਣੀ ਰਹਿ ਜਾਂਦੀ ਹੈ ਜਾਂ ਉਹਨੂੰ ਉਨੀ ਕਵਰੇਜ ਨਹੀਂ ਮਿਲਦੀ ਜਾਂ ਉਨੀ ਉਹਨਾਂ ਦੀ ਗੱਲ ਉੱਭਰ ਕੇ ਸਾਹਮਣੇ ਨਹੀਂ ਆਉਂਦੀ ਜਿੰਨੀ ਵੱਡੇ ਮੁਲਕਾਂ ਦੀ ਆਉਂਦੀ ਹੈ। ਸੋ ਭਾਰਤ ਦਾ ਵੀ ਇਸ ਬੰਨੇ ਲਗਾਤਾਰ ਇਹ ਇੱਕ ਬਹੁਤ ਵੱਡਾ ਉਦਮ ਰਿਹਾ ਹੈ ਇਸ G20 ਜ਼ਰੀਏ ਕਿ ਜਿਹੜੇ ਡਿਵੈਲਪਿੰਗ ਨੇਸ਼ਨਸ ਹੈ, ਤਰੱਕੀ ਕਰ ਰਹੇ ਦੇਸ਼ ਆ, ਉਹਨਾਂ ਦੀ ਗੱਲ ਵੀ ਪ੍ਰਮੁੱਖਤਾ ਨਾਲ ਉੱਭਰੇ, ਉਹਨਾਂ ਦੇ ਮਸਲੇ ਵੀ ਵਿਚਾਰੇ ਜਾਣ, ਸਾਹਮਣੇ ਆਉਣ ਤੇ ਇਸ ਬੰਨੇ ਭਾਰਤ ਵੱਲੋਂ ਲਗਾਤਾਰ ਉਪਰਾਲੇ ਹੋ ਵੀ ਰਹੇ ਨੇ। ਤੁਸੀਂ G20 ਦੇ ਹੁਣ ਤੱਕ ਦੇ ਜਿੰਨੇ ਵੀ ਵਾਰਤਾਲਾਪ ਹੋਏ ਨੇ, ਉਹਨਾਂ ਵਿੱਚ ਇਸ ਚੀਜ਼ ਦਾ ਪ੍ਰਗਟਾਵਾ ਵੇਖ ਸਕਦੇ ਹੋ ਕਿ ਭਾਰਤ ਵੱਲੋਂ ਛੋਟੇ ਅਤੇ ਦਰਮਿਆਨੇ ਦੇਸ਼ਾਂ ਦੀ ਗੱਲ ਉਭਾਰੀ ਗਈ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ। ਖਾਸ ਤੌਰ ਤੇ ਏਸ਼ੀਆ ਦੇ ਦੱਖਣੀ ਹਿੱਸੇ ਦੀ ਖਿੱਤੇ ਦੀ ਗੱਲ ਵੀ ਭਾਰਤ ਵੱਲੋਂ ਲਗਾਤਾਰ ਉਠਾਈ ਗਈ ਹੈ ਤੇ ਆਪਣੇ ਏਸ਼ੀਆਈ ਖਿੱਤੇ ਦੇ ਦੇਸ਼ਾਂ ਦੀ ਗੱਲ ਵੀ ਉੱਭਰ ਕੇ ਆਉਣੀ ਜ਼ਰੂਰੀ ਸੀ। ਚੀਨ ਏਸ਼ੀਆ ਦਾ ਇੱਕ ਵੱਡਾ ਮੁਲਕ ਹੈ, ਬਹੁਤ ਵੱਡੇ ਪੱਧਰ ਉੱਤੇ ਦੁਨੀਆ ਵਿੱਚ ਵਿਚਰਦਾ, ਉਹਦੀ ਗੱਲ ਤਾਂ ਸਾਰੇ ਜਾਣਦੇ ਨੇ, ਪਰ ਜਿਹੜੇ ਏਸ਼ੀਆ ਦੇ ਬਾਕੀ ਮੁਲਕ ਨੇ, ਉਹਨਾਂ ਦੇ ਹਿੱਤਾਂ ਦਾ ਵੀ ਪ੍ਰਗਟਾਵਾ ਹੋਣਾ ਚਾਹੀਦਾ। ਇਸ ਗੱਲ ਉੱਪਰ ਵੀ ਭਾਰਤ ਨੇ ਧਿਆਨ ਕੇਂਦਰਿਤ ਕੀਤਾ ਹੋਇਆ ਇਸੇ G20 ਸੰਮੇਲਨ ਦੌਰਾਨ, ਇਸ ਦੀਆਂ ਬੈਠਕਾਂ ਦਰਮਿਆਨ। ਨਾਲ ਦੀ ਨਾਲ ਵਾਤਾਵਰਣ ਨੂੰ ਲੈ ਕੇ, ਕਲਾਈਮੇਟ ਚੇਂਜ ਸੰਬੰਧੀ ਜਾਂ ਵਿਕਾਸ ਇਹੋ ਜਿਹਾ ਹੋਵੇ ਕਿ ਉਹ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਵੇ, ਵਾਤਾਵਰਣ ਦੇ ਨਾਲ ਮਿਲ ਕੇ ਚੱਲਣ ਵਾਲਾ ਵਿਕਾਸ ਤੇ ਉਹ ਜਿਹੇ ਟੀਚੇ, ਉਹਨਾਂ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ ਗਿਆ G20 ਜ਼ਰੀਏ। ਸੋ ਭਾਰਤ ਦਾ ਇਹ ਵੀ ਇੱਕ ਬਹੁਤ ਵੱਡਾ ਇਹਦੇ ਵਿੱਚ ਇੱਕ ਪ੍ਰਯਾਸ ਰਿਹਾ ਹੈ ਕਿ ਗੱਲ ਉਹ ਹੋਵੇ ਜਿਹੜੀ ਵਾਤਾਵਰਣ ਦੇ ਨਾਲ ਢੁਕਦੀ ਹੋਵੇ।
ਤੇ ਇਹਨਾਂ ਸਾਰੇ ਟੀਚਿਆਂ ਨੂੰ ਲੈ ਕੇ ਭਾਰਤ G20 ਦੀ ਮੇਜ਼ਬਾਨੀ ਰਾਹੀਂ ਅੱਗੇ ਤੁਰਦਾ ਗਿਆ ਤੇ ਇਹਦੇ ਵਿੱਚ ਗੱਲਾਂ ਹੋਰ ਸਾਰੀਆਂ ਨੇ, ਬਹੁਤ ਸਾਰੀਆਂ ਨੇ। ਭਾਰਤ ਵੱਲੋਂ ਵਿਕਾਸ ਦੀ ਜਦੋਂ ਗੱਲ ਹੁੰਦੀ ਹੈ ਤੇ ਅਰਥਚਾਰੇ ਦੀ, ਇਕੋਨਮੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਆਪਣੇ ਦੇਸ਼ ਦੇ ਅੰਦਰ ਚੱਲ ਰਹੀਆਂ ਯੋਜਨਾਵਾਂ ਦੀ ਮਿਸਾਲ ਵੀ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕੀ ਅਸਰ ਪੈ ਰਿਹਾ ਹੈ G20 ਸੰਮੇਲਨ ਵਿੱਚ ਅਤੇ ਕਿਵੇਂ ਇਹ ਭਾਰਤ ਲਈ ਇੱਕ ਅਹਿਮ ਕਾਮਯਾਬੀ ਵੀ ਸਾਬਤ ਹੋ ਸਕਦਾ ਹੈ, ਉਹਦੇ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ। ਤੇ ਉਸ ਬਾਰੇ ਗੱਲ ਆਪਾਂ ਕਰਾਂਗੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਕਿਉਂਕਿ ਇਸ ਵੇਲੇ ਵੇਲਾ ਹੋ ਰਿਹਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੀ ਇੱਕ ਛੋਟੀ ਜਿਹੀ ਬ੍ਰੇਕ ਦੇ ਵਕਫੇ ਦਾ। ਇਸ ਬ੍ਰੇਕ ਤੋਂ ਬਾਅਦ ਗੱਲਬਾਤ ਠੀਕ ਇਸੇ ਤਰ੍ਹਾਂ ਜਾਰੀ ਰਹੇਗੀ। ਇਸੇ ਮੁੱਦੇ ਉੱਪਰ ਤੁਹਾਨੂੰ ਕੁਝ ਹੋਰ ਜਾਣਕਾਰੀ ਦੇਵਾਂਗੇ, ਸੋ ਵੇਖਦੇ ਰਹੋ। ਸਪੈਸ਼ਲ ਰਿਪੋर्ट द पंजाब टॉक्स चैनल पर मिलते हैं इस छोटी जही ब्रेक तो बाद। ਗੱਡੀਆਂ ਉੱਚੀਆਂ ਰੱਖੀਆਂ ਭਾਈ, ਗੱਡੀਆਂ ਉੱਚੀਆਂ ਰੱਖ ਭਾਵੇਂ ਨੀਵੀਆਂ, ਪਰ ਟਾਇਰਾਂ ਦਾ ਖਿਆਲ ਸਭ ਤੋਂ ਵੱਧ ਰੱਖ। ਓਏ ਇਸ ਪੱਖੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਕਿਉਂ? ਕਿਉਂਕਿ ਇਹਦੀ ਜ਼ਿੰਮੇਵਾਰੀ ਆਪਾਂ ਦਿੱਤੀ ਹੋਈ ਏ ਮਾਲਵਾ ਟਾਇਰਸ ਵਾਲਿਆਂ ਨੂੰ। ਇੰਨਾ ਧਿਆਨ ਤੇ ਕੋਈ ਨਵਾਂ ਵਿਆਹਿਆ ਮੁੰਡਾ ਆਪਣੀ ਵੋਟੀ ਤਾਂ ਨਹੀਂ ਰੱਖਦਾ ਜਿੰਨਾ ਧਿਆਨ ਮਾਲਵਾ ਟਾਇਰਸ ਵਾਲੇ ਟਾਇਰਾਂ ਦਾ ਰੱਖਦੇ ਨੇ। ਅੱਛਾ, ਆਹੋ, ਕਰਵਾਉਣੀ ਹੋਵੇ ਟਰੱਕ ਐਂਡ ਟ੍ਰੇਲਰ ਅਲਾਈਨਮੈਂਟਸ ਜਿਵੇਂ ਕਿ ਬੁਸ਼ਿੰਗ, ਕਿੰਗ ਪਿੰਸ ਵਗੈਰਾ, ਵੀਲ ਬੈਲੈਂਸ, ਚੇਂਜ ਓਵਰਸ, ਰੋਟੇਸ਼ਨਸ ਐਂਡ ਫਲੈਟ ਰਿਪੇਅਰਸ ਦਾ ਕੰਮ, ਇਹ ਸਭ ਕੁਝ ਪੂਰੇ ਤਸੱਲੀ ਬਖਸ਼ ਕਰਦੇ ਨੇ। ਇਹ ਕਿਸ ਟਾਈਮ ਅਵੇਲੇਬਲ ਹੁੰਦੇ ਨੇ? ਓਏ 24 ਘੰਟੇ 24/7 ਸਰਵਿਸ ਅਵੇਲੇਬਲ ਹੁੰਦੀ ਹੈ ਇਹਨਾਂ ਦੀ। ਕੈਲਗਰੀ 'ਚ ਸਭ ਤੋਂ ਬੈਸਟ ਟਾਇਰਸ ਐਂਡ ਸਰਵਿਸ ਹੈ ਇਹਨਾਂ ਦੀ। ਉਹ ਹੁਣ ਐਡਰੈਸ ਵੀ ਦੱਸ ਦੇ। ਮਾਲਵਾ ਟਾਇਰਸ, ਯੂਨਿਟ J&K 8616 44 ਸਟਰੀਟ, ਸਾਊਥ ਈਸਟ ਕੈਲਗਰੀ, ਐਲਬਰਟਾ। ਫੋਨ ਨੰਬਰ ਨੋਟ ਕਰ 403 899 1985 403 899 1985। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ,
ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਨੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ, ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੀਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਸਪੈਸ਼ਲ ਰਿਪੋਰਟ। ਬ੍ਰੇਕ ਤੋਂ ਬਾਅਦ ਅੱਜ ਦੀ ਇਸ ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ। G20 ਬਾਰੇ ਆਪਾਂ ਗੱਲ ਕਰ ਰਹੇ ਸੀ। G20 ਜਿਸ ਦੀ ਕਿ ਮੇਜ਼ਬਾਨੀ ਸਾਡੇ ਭਾਰਤ ਦੇਸ਼ ਨੂੰ ਮਿਲੀ ਹੋਈ ਹੈ। 1 ਸਾਲ ਲਈ ਜੋ ਮੇਜ਼ਬਾਨੀ ਮਿਲੀ ਸੀ ਉਸ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਭਾਰਤ ਦੇਸ਼ ਦੇ ਇਤਿਹਾਸ ਵਿੱਚ ਇੱਕ ਵੱਡੀ ਚੀਜ਼ ਵਜੋਂ ਵੇਖਿਆ ਜਾ ਰਿਹਾ ਸੀ ਤੇ ਸੁਭਾਵਿਕ ਵੀ ਸੀ ਕਿ ਏਡੀ ਵੱਡੀ ਜ਼ਿੰਮੇਵਾਰੀ ਮਿਲਣਾ 1 ਸਾਲ ਲਈ, ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਇੱਕ ਚੁਣੌਤੀ ਵੀ ਸੀ ਅਤੇ ਇੱਕ ਬਹੁਤ ਵੱਡੇ ਮਾਣ ਦੀ ਗੱਲ ਵੀ ਸੀ। ਤੇ ਹੁਣ ਉਸੇ ਬੰਨੇ ਗੱਲ ਅੱਗੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ। ਜਿਉਂ-ਜਿਉਂ ਭਾਰਤ ਦੀ 1 ਸਾਲ ਦੀ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਹੋਈ ਹੈ ਉਸ ਦਾ ਪ੍ਰਮੁੱਖ ਸਮਾਂ ਜਦੋਂ ਨੇੜੇ ਆਉਂਦਾ ਹੈ ਤਾਂ ਕਾਫੀ ਮੁੱਦਿਆਂ ਉੱਪਰ ਚਰਚਾ ਹੁੰਦੀ ਹੈ ਕਿ ਇਸ ਸਮੇਂ ਦੌਰਾਨ ਭਾਰਤ ਵੱਲੋਂ ਕਿਹੜੇ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ, ਕਿਵੇਂ ਦੁਨੀਆ ਪੱਧਰ ਉੱਪਰ ਆਪਣੀ ਇੱਕ ਨਵੀਂ ਪਛਾਣ ਜਿਹੜੀ ਹੈ ਉਹ ਬਣਾਉਣ ਦਾ ਵੀ ਉਪਰਾਲਾ ਹੋਇਆ। ਤੇ ਇਸ ਬੰਨੇ ਜਦੋਂ ਗੱਲ ਹੁੰਦੀ ਹੈ ਕਿ ਭਾਰਤ ਦੇਸ਼ ਵੱਲੋਂ ਜੋ ਉਦਮ ਕੀਤੇ ਗਏ ਨੇ, ਜੋ ਗੱਲਾਂ ਰੱਖੀਆਂ ਗਈਆਂ ਨੇ, ਉਹਨਾਂ ਵਿੱਚੋਂ ਵੀ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਜਿਵੇਂ ਕਿ ਭਾਰਤ ਵੱਲੋਂ ਅਕਸਰ ਸਰਕਾਰ ਵੱਲੋਂ ਵੀ ਦਾਅਵਾ ਹੁੰਦਾ ਕਿ ਦੇਸ਼ ਇੱਕ ਨਵੀਂ ਵਿਸ਼ਵ ਪੱਧਰੀ ਸ਼ਕਤੀ ਵਜੋਂ ਉੱਭਰ ਰਿਹਾ ਹੈ ਜਾਂ ਉਸ ਬੰਨੇ ਕਦਮ ਚੁੱਕ ਰਿਹਾ ਹੈ। ਤੇ G20 ਸਿਖਰ ਸੰਮੇਲਨ ਵਿੱਚ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਵਾਰ-ਵਾਰ ਆਇਆ ਹੈ। ਜਿਸ ਤਰੀਕੇ ਨਾਲ ਭਾਰਤ ਨੇ ਆਪਣੇ ਪਿਛਲੇ ਤਜਰਬੇ ਤੇ ਪਿਛਲੀਆਂ ਜਿਹੜੀਆਂ ਕਾਮਯਾਬੀਆਂ ਹੋਰਨਾਂ ਦੇਸ਼ਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਉਸ ਤੋਂ ਭਾਰਤ ਨੇ ਇੱਕ ਲੀਡਰਸ਼ਿਪ, ਇੱਕ ਅਗਵਾਈ ਦੇਣ ਵਾਲੇ ਦੇਸ਼ ਵਜੋਂ ਵੀ ਵਿਚਰਨ ਦੀ ਕਵਾਇਦ ਆਰੰਭੀ ਹੈ। ਇਸੇ G20 ਦੇ ਸੰਮੇਲਨ ਅਤੇ ਇਹਨਾਂ ਮੀਟਿੰਗਾਂ ਅਤੇ ਭਾਰਤ ਦੇ 1 ਸਾਲ ਦੇ ਮੇਜ਼ਬਾਨੀ ਵਾਲੇ ਸਮੇਂ ਦੌਰਾਨ ਇਹ ਚੀਜ਼ ਪ੍ਰਮੁੱਖ ਤੌਰ ਤੇ ਸਭ ਤੋਂ ਅਹਿਮ ਚੀਜ਼ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਭਾਰਤ ਇੱਕ ਲੀਡਰ ਵਜੋਂ, ਇੱਕ ਅਗਵਾਈ ਦੇਣ ਵਾਲੇ ਦੇਸ਼ ਵਜੋਂ ਵਿਚਰਦਾ ਹੋਇਆ ਨਜ਼ਰ ਆਇਆ ਇਸੇ ਸਮੁੱਚੇ ਸਮੇਂ ਦੌਰਾਨ, ਜੋ ਕਿ ਦੇਸ਼ ਲਈ ਕੌਮਾਂਤਰੀ ਪੱਧਰ ਉੱਪਰ ਇੱਕ ਵੱਡੀ ਗੱਲ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਨਾਲ ਭਾਰਤ ਵੱਲੋਂ ਆਪਣੇ ਦੇਸ਼ ਵਿੱਚ ਜੋ ਯੋਜਨਾਵਾਂ ਅਤੇ ਜੋ ਮੁਹਿੰਮ ਸ਼ੁਰੂ ਕੀਤੀਆਂ ਗਈਆਂ ਸੀ, ਜਿਵੇਂ ਕਿ ਮੇਕ ਇਨ ਇੰਡੀਆ, ਭਾਵ ਕਿ ਬਾਹਰਲੇ ਦੇਸ਼ਾਂ ਤੋਂ ਚੀਜ਼ਾਂ ਖਰੀਦਣ ਦੀ ਥਾਂ ਭਾਰਤ ਵਿੱਚ ਹੀ ਚੀਜ਼ਾਂ ਦਾ ਉਤਪਾਦਨ ਕੀਤਾ ਜਾਣਾ ਅਤੇ ਚੀਜ਼ਾਂ ਦਾ ਨਿਰਮਾਣ ਕੀਤਾ ਜਾਣਾ, ਉਸ ਨੂੰ ਲੈ ਕੇ ਵੀ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਭਾਰਤ ਨੇ ਇੱਕ ਤਰ੍ਹਾਂ ਨਾਲ ਆਪਣੀ ਮਿਸਾਲ ਦੇ ਕੇ G20 ਦੇ ਦੇਸ਼ਾਂ ਅਤੇ ਹੋਰਨਾਂ ਦੇਸ਼ਾਂ ਸਾਹਮਣੇ ਇਹ ਗੱਲ ਰੱਖੀ ਹੈ ਕਿ ਦੇਸ਼ ਆਪੋ ਆਪਣੇ ਅਰਥਚਾਰੇ ਨੂੰ ਕਿਵੇਂ ਵਿਕਸਿਤ ਕਰ ਸਕਦੇ ਨੇ। ਦੇਸ਼ ਦੇ ਅੰਦਰ ਹੀ ਚੀਜ਼ਾਂ ਬਣਾਉਣ ਦੀ ਮੁਹਿੰਮ ਤੇਜ਼ ਕੀਤੀ ਜਾ ਸਕਦੀ ਹੈ। ਘਰੇਲੂ ਉਦਯੋਗ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਡਿਜੀਟਲ ਇੰਡੀਆ, ਭਾਵ ਕਿ ਹਰ ਪਾਸੇ ਡਿਜੀਟਲ ਅਤੇ ਤਕਨੀਕ ਦਾ ਇਸਤੇਮਾਲ ਕਰਨ ਦੀ ਲੋੜ ਉੱਪਰ ਵੀ ਭਾਰਤ ਵੱਲੋਂ ਲਗਾਤਾਰ ਜ਼ੋਰ ਦਿੱਤਾ ਗਿਆ। G20 ਦੇ ਵੱਖ-ਵੱਖ
ਮੁਕਾਮਾਂ ਉੱਤੇ ਭਾਰਤ ਵੱਲੋਂ ਖਾਸ ਤੌਰ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਤੇ ਇਹਨਾਂ ਦੋ ਚੀਜ਼ਾਂ ਜ਼ਰੀਏ ਭਾਰਤ ਨੇ ਹੋਰਨਾਂ ਦੇਸ਼ਾਂ ਨੂੰ ਵੀ ਇੱਕ ਤਰੀਕੇ ਨਾਲ ਇਹ ਮਾਰਗ ਵਿਖਾਇਆ ਕਿ ਕਿਵੇਂ ਆਪਣੇ ਦੇਸ਼ ਅੰਦਰ ਹੀ ਕਾਫੀ ਕੁਝ ਨਿਰਮਾਣ ਕੀਤਾ ਜਾ ਸਕਦਾ, ਕਾਫੀ ਇਸ ਬੰਨੇ ਕੰਮ ਕੀਤੇ ਜਾ ਸਕਦੇ ਨੇ। ਸੋ ਇਹ ਕਾਫੀ ਅਹਿਮ ਚੀਜ਼ ਹੈ ਜੋ ਇਸੇ G20 ਸਿਖਰ ਸੰਮੇਲਨ ਜ਼ਰੀਏ ਉੱਭਰ ਕੇ ਸਾਹਮਣੇ ਆਉਂਦੀ ਹੈ। ਭਾਰਤ ਦਾ ਬੈਂਕਾਂ ਦਾ ਢਾਂਚਾ ਅਤੇ ਬੈਂਕਿੰਗ ਪ੍ਰਣਾਲੀ ਵਿੱਚ ਜੋ ਪਿਛਲੇ ਸਮਿਆਂ ਦੌਰਾਨ ਸੁਧਾਰ ਕੀਤੇ ਗਏ ਨੇ ਤੇ ਜੋ ਸੁਧਾਰਾਂ ਦੀ ਗੱਲ ਹੋ ਰਹੀ ਹੈ ਉਸ ਨੂੰ ਵੀ ਭਾਰਤ ਵੱਲੋਂ ਲਗਾਤਾਰ ਸਾਂਝਾ ਕੀਤਾ ਗਿਆ ਹੋਰਨਾਂ ਦੇਸ਼ਾਂ ਦੇ ਨਾਲ। ਤੇ ਇਸ ਪਿੱਛੇ ਮਕਸਦ ਫਿਰ ਉਹੀ ਰਿਹਾ ਕਿ ਹੋਰਨਾਂ ਦੇਸ਼ਾਂ ਨੂੰ ਇਸ ਤੋਂ ਸੇਧ ਮਿਲ ਸਕੇ, ਉਹ ਵੀ ਇਸੇ ਤਰੀਕੇ ਨਾਲ ਆਪੋ ਆਪਣੇ ਦੇਸ਼ਾਂ ਵਿੱਚ ਬੈਂਕਿੰਗ ਪ੍ਰਣਾਲੀ, ਪੈਸੇ ਦੇ ਲੈਣ ਦੇਣ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਸੰਬੰਧੀ ਕੋਈ ਨੀਤੀ ਲਿਆ ਸਕਣ। ਸੋ ਇੱਕ ਰੁਝਾਨ ਚੱਲਦਾ ਨਜ਼ਰ ਆਇਆ ਕਿ ਹੋਰ ਦੇਸ਼ ਜਿਹੜੇ ਨੇ ਦੁਨੀਆ ਪੱਧਰ ਦੇ ਉਹ ਭਾਰਤ ਵੱਲ ਨੀਚ ਲਾ ਕੇ ਵੇਖਦੇ ਰਹੇ ਨੇ, ਇਹਨਾਂ ਚੀਜ਼ਾਂ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਦੇ ਵੇਖੇ ਜਾਂਦੇ ਨੇ। ਤੇ ਗੱਲ ਫਿਰ ਉਹੀ ਆਉਂਦੀ ਹੈ ਕਿ ਭਾਰਤ ਇੱਕ ਲੀਡਰ ਵਜੋਂ, ਇੱਕ ਅਗਵਾਈ ਦੇਣ ਵਾਲੇ ਦੇਸ਼ ਵਜੋਂ ਵਿਚਰ ਰਿਹਾ ਹੈ ਇਸ ਸਮੁੱਚੇ ਸਮੇਂ ਦੌਰਾਨ ਕਿ ਇਹ ਚੀਜ਼ ਕਾਫੀ ਅਹਿਮੀਅਤ ਰੱਖਦੀ ਹੈ ਆਉਣ ਵਾਲੇ ਸਮੇਂ ਲਈ ਵੀ। ਤੇ ਗੱਲ ਜਦੋਂ ਹੁੰਦੀ ਹੈ G20 ਸਿਖਰ ਸੰਮੇਲਨ ਅਤੇ ਇਹਦੇ ਵਿੱਚ ਭਾਰਤ ਦੇ ਯੋਗਦਾਨ ਦੀ ਅਤੇ ਭਾਰਤ ਦੇ ਅਸਰ ਦੀ, ਤਾਂ ਆਪਾਂ ਜਾਣਦੇ ਕਿ ਦੁਨੀਆ ਭਰ ਵਿੱਚ ਵਿਕਾਸ ਦਾ ਜਾਂ ਤਰੱਕੀ ਦਾ ਸਭ ਤੋਂ ਵੱਡਾ ਸੂਚਕ ਇਹੀ ਮੰਨਿਆ ਜਾਂਦਾ ਕਿ ਕਿਸੇ ਵੀ ਦੇਸ਼ ਦੀ ਵਿਕਾਸ ਦਰ ਕਿੰਨੀ ਕੁ ਚੱਲ ਰਹੀ ਹੈ। ਤੇ ਭਾਰਤ ਦੀ ਵਿਕਾਸ ਦਰ ਜੋ ਪਿਛਲੇ ਸਾਲਾਂ ਦਰਮਿਆਨ ਸਾਹਮਣੇ ਆਈ ਹੈ ਉਸ ਨੂੰ ਵੀ G20 ਜ਼ਰੀਏ ਬਾਖੂਬੀ ਹੋਰਨਾਂ ਦੇਸ਼ਾਂ ਮੂਹਰੇ ਰੱਖਿਆ ਗਿਆ ਹੈ। ਇਸ ਦੀ ਵੀ ਮਿਸਾਲ ਉਹਨਾਂ ਨੂੰ ਢੁਕਵੇਂ ਢੰਗ ਨਾਲ ਦਿੱਤੀ ਗਈ ਹੈ। ਸੋ ਕਾਫੀ ਕੁਝ ਹੈ ਇਸ G20 ਸਿਖਰ ਸੰਮੇਲਨ ਜ਼ਰੀਏ ਜੋ ਉੱਭਰ ਕੇ ਸਾਹਮਣੇ ਆਉਂਦਾ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਕਿਹਾ 12,000 ਤੋਂ ਵਧੇਰੇ ਡੈਲੀਗੇਟ ਹੁਣ ਤੱਕ G20 ਸਿਖਰ ਸੰਮੇਲਨ ਦੌਰਾਨ ਭਾਰਤ ਵਿੱਚ ਹਾਜ਼ਰੀ ਭਰ ਚੁੱਕੇ ਨੇ। ਵੱਖ-ਵੱਖ ਥਾਵਾਂ ਉੱਪਰ ਹੋਈਆਂ ਮੀਟਿੰਗਾਂ ਦੇ ਸਿਲਸਿਲੇ ਵਿੱਚ ਹਿੱਸਾ ਲੈ ਚੁੱਕੇ ਨੇ ਤੇ ਇਸੇ ਤਰ੍ਹਾਂ ਇਹ ਸਿਲਸਿਲਾ ਆਉਂਦੇ ਦਿਨਾਂ ਦੌਰਾਨ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਉਂਦੇ ਮਹੀਨੇ ਸਤੰਬਰ ਦੀ 9 ਤੇ 10 ਤਰੀਕ ਨੂੰ ਇਸੇ ਤਰ੍ਹਾਂ G20 ਸੰਮੇਲਨ ਦੀ ਪ੍ਰਮੁੱਖ ਗੇੜ ਦੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਹਿੱਸਿਆਂ ਵਿੱਚ ਵੀ G20 ਦੇ ਸਮਾਗਮ ਵੇਖ ਚੁੱਕੇ ਹੋ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਆਏ ਸਨ। ਠੀਕ ਇਸੇ ਤਰ੍ਹਾਂ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਵੀ ਇੱਕ ਗੇੜ ਹੋ ਚੁੱਕਾ ਹੈ ਤੇ ਹੁਣ ਘੁੰਮਦੇ ਘੁਮਾਉਂਦੇ ਹੌਲੀ-ਹੌਲੀ ਦੇਸ਼ ਦੀ ਰਾਜਧਾਨੀ ਦਿੱਲੀ ਉੱਤੇ ਵੀ ਸਭ ਦੀਆਂ ਨਜ਼ਰਾਂ ਆਉਂਦੇ ਮਹੀਨੇ ਲੱਗਣਗੀਆਂ ਜਦੋਂ ਸਤੰਬਰ ਦੀ 9 ਤੇ 10 ਤਰੀਕ ਨੂੰ ਉੱਥੇ ਪ੍ਰਮੁੱਖ ਗੇੜ ਹੋਵੇਗਾ। ਉਦੋਂ ਤੋਂ ਲੈ ਕੇ ਹੁਣ ਤੱਕ ਵਿਚਾਲੇ ਆਜ਼ਾਦੀ ਦਿਵਸ ਦੇ ਸਮਾਗਮ ਵੀ ਹੋਣੇ ਨੇ, ਦਿੱਲੀ ਵਿਖੇ ਹੀ ਹੋਣੇ ਨੇ ਤੇ ਹੋਰ ਵੀ ਕਈ ਅਹਿਮ ਇਸ ਦੌਰਾਨ ਮੌਕੇ ਆਉਣਗੇ ਜਿਨ੍ਹਾਂ ਉੱਪਰ ਸਭ ਦੀ ਨਿਗਾਹ ਲੱਗੀ ਹੋਵੇਗੀ ਅਤੇ ਭਾਰਤ ਵੱਲ ਨਜ਼ਰਾਂ ਲੱਗੀਆਂ ਹੋਣਗੀਆਂ G20 ਦੇਸ਼ਾਂ ਦੀਆਂ ਵੀ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਦੀਆਂ ਵੀ ਕਿ ਇਸ ਸਮੇਂ ਕਿਹੋ ਜਿਹੀ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ। ਕਿਉਂਕਿ G20 ਭਾਵੇਂ ਸੀਮਿਤ ਸਮੂਹ ਦੇ ਦੇਸ਼ਾਂ ਦੀ ਇਕੱਤਰਤਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਦੁਨੀਆ ਦੇ ਸਾਰੇ ਦੇਸ਼ ਧਿਆਨ ਜ਼ਰੂਰ ਰੱਖਦੇ ਨੇ ਕਿ ਕੌਮਾਂਤਰੀ ਪੱਧਰ ਉੱਤੇ ਕੀ ਕੁਝ ਹੋ ਰਿਹਾ ਹੈ, ਕਿਹੜਾ ਦੇਸ਼ ਕੀ ਗੱਲ ਕਹਿ ਰਿਹਾ ਹੈ ਤੇ ਕੌਣ-ਕੌਣ ਕਿੱਥੇ ਖੜ ਰਿਹਾ ਹੈ। ਸੋ ਕਾਫੀ ਅਹਿਮੀਅਤ ਹੈ ਭਾਰਤ ਲਈ G20 ਸਿਖਰ ਸੰਮੇਲਨ ਦੇ ਇਹਨਾਂ ਗੱਲਬਾਤ ਦੇ ਦੌਰ ਦੀ, ਇਹਨਾਂ ਪੜਾਵਾਂ ਦੀ, ਇਹਨਾਂ ਗੇੜਾਂ ਦੀ ਤੇ ਹੁਣ ਇਸ ਦਾ ਪ੍ਰਮੁੱਖ ਅਤੇ ਅਹਿਮ ਗੇੜ ਸਾਹਮਣੇ ਆਉਣ ਵਾਲੇ ਦਿਨਾਂ ਦੌਰਾਨ ਹੋਵੇਗਾ। ਸੋ ਭਾਰਤ ਲਈ ਇੱਕ ਵੱਡਾ ਮੌਕਾ ਹੈ ਦੁਨੀਆ ਪੱਧਰ ਉੱਪਰ ਆਪਣੀ ਪਛਾਣ ਹੋਰ ਗੂੜੀ ਕਰਨ ਦਾ, ਪ੍ਰਭਾਵਸ਼ਾਲੀ ਬਣਾਉਣ ਦਾ ਅਤੇ ਇੱਕ ਸੁਪਰ ਪਾਵਰ ਵਜੋਂ ਵਿਚਰਨ ਦਾ ਤੇ ਅਗਵਾਈ ਦੇਣ ਦੇ ਸਮਰੱਥ ਦੇਣ ਵਜੋਂ ਆਪਣੇ ਆਪ ਨੂੰ ਪੇਸ਼ ਕਰ ਸਕਣ। ਸੋ ਇਹ ਸੀ ਸਾਡੀ ਅੱਜ ਦੀ ਸਪੈਸ਼ਲ ਰਿਪੋਰਟ, ਤਾਜ਼ਾ ਤਰੀਨ ਵਿਸ਼ੇਸ਼ ਰਿਪੋਰਟ ਇੱਕ ਅਜਿਹੇ ਮੁੱਦੇ ਬਾਰੇ ਜਿਹਦੀ ਕਿ ਆਉਣ ਵਾਲੇ ਦਿਨਾਂ ਦੌਰਾਨ ਕਾਫੀ ਚਰਚਾ ਹੋਣੀ ਹੈ, G20 ਅਤੇ ਇਸ ਦਾ ਭਾਰਤ ਦੇ ਨਾਲ ਜੋ
ਵੱਡਾ ਨਾਤਾ ਇਸ ਵੇਲੇ ਜੁੜਿਆ ਤੇ ਭਾਰਤ ਇਸ ਰਾਹੀਂ ਜੋ ਨਵੇਂ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਵਿਸ਼ੇ ਬਾਰੇ ਤੁਹਾਡਾ ਕੀ ਸੋਚਣਾ ਹੈ, ਤੁਹਾਡਾ ਕੀ ਕਹਿਣਾ ਹੈ, ਤੁਹਾਡਾ ਕੀ ਮੰਨਣਾ ਹੈ, ਜ਼ਰੂਰ ਦੱਸਿਓ। ਕਮੈਂਟਸ ਦੇ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ। ਫੇਸਬੁੱਕ ਅਤੇ YouTube ਉੱਤੇ ਕਮੈਂਟਸ ਦੇ ਜ਼ਰੀਏ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ, ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ। ਅਤੇ ਇਸ ਚੈਨਲ ਦ ਪੰਜਾਬ ਟਾਕਸ ਉੱਪਰ ਇਸੇ ਤਰ੍ਹਾਂ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਨਵੇਂ ਤਾਜ਼ਾ ਤਰੀਨ ਪ੍ਰੋਗਰਾਮ, ਮਿਆਰੀ ਵਿਸ਼ਲੇਸ਼ਣ ਅਤੇ ਜਾਣਕਾਰੀ ਭਰਪੂਰ ਕੰਟੈਂਟ ਲਈ ਲਗਾਤਾਰ ਵੇਖਦੇ ਰਹੋ ਦ ਪੰਜਾਬ ਟਾਕਸ। ਵਧੇਰੇ ਜਾਣਕਾਰੀ ਲਈ ਦ ਪੰਜਾਬ ਟਾਕਸ ਦੇ ਫੇਸਬੁੱਕ ਅਤੇ YouTube ਚੈਨਲ ਨੂੰ ਲਾਈਕ, ਫੋਲੋ ਤੇ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਦੀ ਨਾਲ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਨੂੰ ਐਪ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿਸ ਜ਼ਰੀਏ ਤੁਸੀਂ ਆਪੋ ਆਪਣੇ ਐਂਡਰੋਇਡ ਡਿਵਾਈਸ ਉੱਪਰ ਉਸ ਐਪ ਰਾਹੀਂ ਦ ਪੰਜਾਬ ਟਾਕਸ ਦੀ ਰੇਡੀਓ ਤੇ TV ਚੈਨਲ ਦੋਹਾਂ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਸੋ ਜ਼ਰੂਰ ਡਾਊਨਲੋਡ ਕਰੋ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ। ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ ਤੇ ਵੇਖਦੇ ਰਹੋ ਦ ਪੰਜਾਬ ਟਾਕਸ। ਹੋ ਕਿੱਦਾਂ ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤਾਂ ਨਹੀਂ, ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ। ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ, ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਵ ਟਾਇਰ ਸੇਵ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਭਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵੇਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0। ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਸੁਣ ਵੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ,
ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ ਹਾਂ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ, ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ, ਵਿਨੀਪੈਗ, MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ? ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ।